2017 ਦੇ ਵਿੱਚ ਇਹਨਾਂ ਨੇ ਰੂਲ 14 ਇਹ ਜਿਹੜੀ ਅਮੈਂਡਮੈਂਟ ਹੋਈ ਨਾ ਰੂਲ 14 ਚ ਹੋਈ ਰੂਲ 14 ਦਾ ਹਵਾਲਾ ਦੇ ਕੇ ਮੇਰੀ ਪਾਰਟੀ ਨੂੰ ਡੀਰੈਕੋਗਨਾਈਜ਼ ਕਰਤਾ। ਮੇਰੇ ਸਿੰਬਲ ਮੋਮਬੱਤੀਆਂ ਸੀ ਉਸ ਨੂੰ ਇਹਨਾਂ ਨੇ ਸੀਜ਼ ਕਰ ਲਿਆ। 2000 ਪਹਿਲੇ 10 ਤੋਂ ਪਹਿਲੇ ਜਿਹੜਾ ਤੁਸੀਂ ਇਲੈਕਸ਼ਨ ਲੜੇ ਉਹ ਉਦੋਂ ਤੱਕ ਕੋਈ ਰੂਲ ਨਹੀਂ ਸੀਗਾ, ਪਰ ਉਸ ਤੋਂ ਬਾਅਦ ਰੂਲ ਆਉਣ ਤੋਂ ਬਾਅਦ ਜਿਹੜੀ ਪਿਛਲੀ ਸਾਰੀ ਰਵਾਇਤੀ ਪਾਰਟੀਆਂ ਤੇ ਕਾਰਵਾਈ 4 ਦਿਨ ਪਹਿਲੇ ਆਮ ਆਦਮੀ ਪਾਰਟੀ ਨੇ, ਕਿਉਂਕਿ ਜਿਹੜਾ ਸਾਡਾ ਗੁਰਦੁਆਰਾ ਇਲੈਕਸ਼ਨ ਡਾਇਰੈਕਟੋਰੇਟ ਹੈ ਉਹ ਆਮ ਆਦਮੀ ਪਾਰਟੀ ਥੱਲੇ ਆਂਦਾ, ਦਿੱਲੀ ਸਰਕਾਰ ਥੱਲੇ ਆਂਦਾ। ਇਲੈਕਸ਼ਨ ਕਮਿਸ਼ਨ ਜਵਾਬ ਦਿੰਦਾ ਜੀ ਕਿ ਅਕਾਲੀ ਦਲ ਜਿਹੜੀ ਹੈ ਇਹ ਰਵਾਇਤੀ ਪਾਰਟੀ ਹੈ, ਇਸ ਦੀ ਰੈਕੋਗਨੀਸ਼ਨ ਨਹੀਂ ਕੈਂਸਲ ਹੋਣੀ ਚਾਹੀਦੀ। ਹੁਣ ਇੱਥੇ ਸਵਾਲ ਇਹ ਆ ਜਾਂਦਾ ਹੈ ਕਿ ਕੇਜਰੀਵਾਲ ਜੀ ਕੀ ਕਰ ਰਹੇ ਨੇ, ਹੈ ਤੇ ਕੇਜਰੀਵਾਲ ਦੇ ਥੱਲੇ ਤੁਸੀਂ ਅਕਾਲੀ ਦਲ ਨੂੰ ਕਿਉਂ ਬਚਾ ਰਹੇ ਹੋ? ਜਾਂ ਤੇ ਤੁਸੀਂ ਮਾਸਟਰ ਸਟ੍ਰੋਕ ਖੇਡਦੇ ਪਏ ਹੋ। ਯਾਨੀ ਕਿ ਜੇ ਗੱਲ ਕਰੀਏ ਤਾਂ ਜੇ ਰੂਲ 14 ਦੀ ਜਿਹੜੀ ਤੁਸੀਂ ਗੱਲ ਕਰ ਰਹੇ 2017 ਦੇ ਵਿੱਚ, ਯਾਨੀ ਕਿ ਇਦਾਂ ਹੋ ਸਕਦਾ ਤੁਹਾਡੀ ਪਾਰਟੀ ਜੇ ਡੀ ਰਿਕੋਗਨਾਈਜ਼ ਨਹੀਂ ਹੁੰਦੀ ਤੇ ਤੁਹਾਨੂੰ ਮੈਨੂੰ ਨਵੀਂ ਪਾਰਟੀ ਬਣਾਉਣ ਦੀ ਲੋੜ ਹੀ ਨਹੀਂ ਸੀ। ਤੁਹਾਨੂੰ ਪਿਛਲੀ ਪਾਰਟੀ ਜਿਹੜੀ ਰਵਾਇਤੀ ਪਾਰਟੀ ਸੀ ਉਸ ਦੇ ਨਾਲ ਤੁਸੀਂ ਸ਼੍ਰੋਮਣੀ ਅਕਾਲੀ ਦਲ ਪੰਥਕ ਤੋਂ ਇਲੈਕਸ਼ਨ ਮੈਂ ਬਿਲਕੁਲ ਲੜ ਸਕਦਾ ਸੀ, ਬਿਲਕੁਲ ਲੜ ਸਕਦਾ ਸੀ, ਲੇਕਿਨ ਕਿਉਂਕਿ ਮੇਰੀ ਡੀ ਰਿਕੋਗਨਾਈਜ਼ ਹੋਈ ਮੈਨੂੰ ਨਵੀਂ ਪਾਰਟੀ ਬਣਾ ਕੇ ਰਜਿਸਟ੍ਰੇਸ਼ਨ ਕਰਾ ਕੇ ਸਿੰਬਲ ਅਲਾਟ ਕਰਾਇਆ। ਜਿਹੜੀ ਮੈਨੂੰ ਹੁਣ ਕਿਤਾਬ ਸਿੰਬਲ ਮੈਨੂੰ ਮਿਲਿਆ, ਮੈਨੂੰ ਕਿਤਾਬ ਸਿੰਬਲ ਮਿਲ ਗਿਆ, ਮੇਰੀ ਪੁਰਾਣੀ ਪਾਰਟੀ ਡੀ ਰਿਕੋਗਨਾਈਜ਼ ਹੋ ਗਈ। ਅਕਾਲੀ ਦਲ ਨੂੰ ਕਿਉਂ ਬਚਾ ਰਹੇ ਹੋ ਤੁਸੀਂ? ਕਾਰਵਾਈ ਨਹੀਂ ਹੋ ਸਕਦੀ। ਦੇਖੋ ਜੇ ਗੱਲ ਕਰੀ ਤਾਂ ਉਹਦੇ ਵਿੱਚ ਜੋ ਨੰਬਰ ਜੋ ਮੇਰੀ ਜਾਣਕਾਰੀ ਸੀਗੀ ਗੁਰਲਾਟ ਸਿੰਘ ਜਿਹੜੇ ਕਾਲੋ ਸੀਗੇ ਮੌਜੂਦਾ ਮੈਂਬਰ ਸੀਗੇ ਉਸ ਸਮੇਂ ਦੇ, ਪਲੱਸ ਇੰਦਰਜੀਤ ਸਿੰਘ ਮੋਂਟੀ ਸੀਗੇ, ਪਰ ਅੱਜ ਇੰਦਰਜੀਤ ਸਿੰਘ ਮੋਂਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦੇ ਵਿੱਚ ਨੇ। ਆਪਣੇ ਹੀ ਸਿੱਖ ਜਿਹੜੇ ਆ ਨਾ ਇੱਕ ਦੂਜੇ ਦੇ ਜਿਹੜੇ ਵੈਰੀ ਹੋ ਜਾਂਦੇ ਨੇ, ਇੱਕ ਦੂਜੇ ਦੇ ਨਾਲ ਡਿਫਰੈਂਸਿਸ ਰੱਖਣੇ ਸ਼ੁਰੂ ਕਰ ਦਿੰਦੇ ਨੇ। ਭਾਵੇਂ 4-6 ਮਹੀਨੇ ਬਾਅਦ ਉਹਨਾਂ ਨੂੰ ਲੱਗਦਾ ਕਿ ਨਹੀਂ ਯਾਰ ਉਹ ਆਪਾਂ ਗਲਤ ਕਰ ਰਹੇ ਸੀਗੇ, ਪਰ ਇਹ ਸਮਾਂ ਦਿੱਲੀ ਦੇ ਸਿੱਖਾਂ ਵਾਸਤੇ ਮੈਨੂੰ ਲੱਗਦਾ ਕਿ ਉਹ ਬਹੁਤ ਮਾੜਾ ਸਮਾਂ ਹੁੰਦਾ ਹੈ। ਇਲੈਕਸ਼ਨ ਭਾਵੇਂ ਹੁੰਦੀ ਜ਼ਰੂਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਲਗਾਤਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਦੀ ਸਰਗਰਮੀਆਂ ਦਿੱਲੀ ਦੇ ਵਿੱਚ ਮੌਜੂਦ ਨੇ। ਹਰ ਪਾਰਟੀਆਂ ਵੱਲੋਂ ਕੈਂਡੀਡੇਟ ਐਲਾਨੇ ਜਾ ਰਹੇ ਨੇ। ਕਾਫੀ ਜੁਆਇਨਿੰਗ ਵੀ ਚੱਲਦੀ ਪਈ ਹੈਗੀ ਹੈ, ਤਬਦੀਲੀਆਂ ਵੀ ਆ ਰਹੀਆਂ, ਦਲ ਬਦਲੂਆਂ ਦਾ ਵੀ ਜ਼ੋਰ ਕਹਿ ਲਈਏ ਤਾਂ ਬਿਲਕੁਲ ਸਿਰੇ ਦੇ ਵਿੱਚ ਚੜਿਆ ਹੋਇਆ। ਮਨਜੀਤ ਸਿੰਘ ਜੀ ਕੇ ਸਾਡੇ ਨਾਲ ਜੁੜੇ ਹੋਏ ਨੇ। ਜਾਗੋ ਪਾਰਟੀ ਇੱਕ ਨਵੀਂ ਪਾਰਟੀ ਦੇ ਤੌਰ ਤੇ ਇਲੈਕਸ਼ਨ ਲੜਨ ਜਾਣਗੇ। ਪਹਿਲੇ ਵੀ ਕਈ ਤਜਰਬੇ ਉਹਨਾਂ ਦੇ ਰਹੇ ਆ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਗੁਰਫਤਿਹ ਦੇ ਸਾਹਮਣੇ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੇ ਸਾਹਿਬ, ਪਹਿਲੇ ਤਜਰਬੇ ਬੜੇ ਰਹੇ ਤੁਹਾਡੇ। ਪਹਿਲੇ ਇੱਕ ਤੁਸੀਂ ਮੋਮਬੱਤੀ ਜਿਹੜੀ ਸਿੰਬਲ ਦੇ ਨਾਲ ਤੇ ਇੱਕ ਪਾਰਟੀ 2006-7 ਦੇ ਵਿੱਚ ਇਲੈਕਸ਼ਨ ਲੜਿਆ, ਫਰੈਸ਼ ਇਲੈਕਸ਼ਨ ਸੀਗੀ। ਮਨਜੀਤ ਸਿੰਘ ਜੀ ਕੇ ਨੂੰ ਉਦੋਂ ਬਹੁਤ ਘੱਟ ਲੋਕ ਜਾਣਦੇ ਸੀਗੇ, ਉਹਨਾਂ ਦੇ ਪਿਤਾ ਜੀ ਨੂੰ ਜ਼ਿਆਦਾ ਲੋਕ ਜਾਣਦੇ ਸੀਗੇ। ਜਥੇਦਾਰ ਸੰਤੋਖ ਸਿੰਘ ਦੇ ਨਾਮ ਤੇ ਉਦੋਂ ਇਲੈਕਸ਼ਨ ਲੜਦੇ ਸੀਗੇ, ਪਰ ਅੱਜ ਮਨਜੀਤ ਸਿੰਘ ਜੀ ਕੇ ਨੂੰ ਦੁਨੀਆ ਜਾਣਦੀ ਆ। ਬੜਾ ਕੁਛ ਆਇਆ ਵਿੱਚ, ਪਾਰਟੀਆਂ ਦੇ ਨਾਲ ਵੀ ਜੁੜੇ, ਪਾਰਟੀਆਂ ਦੇ ਪ੍ਰਧਾਨ ਵੀ ਰਹੇ, ਆਪਣੀ ਪਾਰਟੀ ਵੀ ਬਣਾ ਲਈ, ਆਪਣੀ ਪਾਰਟੀ ਦੇ ਵਿੱਚ ਵੀ ਕੈਂਡੀਡੇਟ ਵੀ ਐਲਾਨ ਦਿੱਤੇ। ਤੇ ਕਹਿ ਦਈਏ ਤੇ ਭਾਈ ਬਲਦੇਵ ਸਿੰਘ ਵਡਾਲਾ ਹੋਰਾਂ ਨੇ ਵੀ ਕੈਂਡੀਡੇਟ ਐਲਾਨੇ। ਉਸ ਤੋਂ ਬਾਅਦ ਜੇ ਵੱਡੀ ਪਾਰਟੀ ਦੀ ਗੱਲ ਕਰੀ ਤੇ ਤੁਸੀਂ ਕੈਂਡੀਡੇਟ ਐਲਾਨੇ ਹੈਗੇ ਆ, ਇੱਕ ਫਸਟ ਲਿਸਟ ਵੀ ਜਾਰੀ ਕੀਤੀ ਆ। ਇਹ ਸਾਰਿਆਂ ਦੇ ਮੱਦੇਨਜ਼ਰ ਦੇਖਦੇ ਹੋਏ ਅੱਜ ਇੱਕ ਖਾਸ ਪ੍ਰੈਸ ਕਾਨਫਰੰਸ ਤੁਸੀਂ ਕੀਤੀ ਹੈਗੀ ਆ, ਇਲਜ਼ਾਮ ਕੁਛ ਲਗਾਏ ਆਮ ਆਦਮੀ ਪਾਰਟੀ ਦੀ ਸਪੋਰਟ ਦੇ ਬਾਰੇ, ਇਹ ਸਭ ਵਿੱਚੋਂ ਕਿੱਥੋਂ ਆ ਗਿਆ, ਕੀ ਕਹਿਣਾ ਚਾਹੋ? ਦੇਖੋ ਇਸ ਤਰ੍ਹਾਂ ਕਿ ਇੱਕ ਅਮੈਂਡਮੈਂਟ ਲੈ ਕੇ ਆਏ ਸੀ ਕਿ ਦਿੱਲੀ ਸਰਕਾਰ, ਜਿਹੜੀ ਸਾਡੀ ਗੁਰਦੁਆਰਾ ਇਲੈਕਸ਼ਨਸ ਨੇ ਨਾ ਇਹ ਦਿੱਲੀ ਸਰਕਾਰ ਦੇ ਅੰਡਰ ਨੇ। ਉਹਨਾਂ ਦਾ ਗੁਰਦੁਆਰਾ ਇਲੈਕਸ਼ਨ ਬੋਰਡ ਹੈਗਾ, ਉਹਦੇ ਥੱਲੇ ਸਾਡੀ ਇਹ ਆਉਂਦੀ ਹੈ। 2010 ਦੇ ਵਿੱਚ ਇੱਕ ਅਮੈਂਡਮੈਂਟ ਲੈ ਕੇ ਆਏ ਕਿ ਪਹਿਲੇ ਕੋਈ ਐਸੀ ਕਲੌਜ਼ ਨਹੀਂ ਸੀ ਕਿ ਰਜਿਸਟਰਡ ਹੋਣੀ ਚਾਹੀਦੀ ਹੈ ਬੋਡੀ, ਧਾਰਮਿਕ ਰਜਿਸਟ੍ਰੇਸ਼ਨ ਚਾਹੀਦੀ ਹੈ। ਉਹਦੇ 'ਚ ਇਹਨਾਂ ਨੇ ਰੱਖਿਆ ਕਿ ਜਿਹੜੀ ਵੀ ਪਾਰਟੀ ਇਲੈਕਸ਼ਨ ਲੜੇਗੀ ਗੁਰਦੁਆਰਾ ਕਮੇਟੀ ਦੀ, ਉਹਦੀ ਰਜਿਸਟ੍ਰੇਸ਼ਨ ਰਜਿਸਟਰਾਰ ਆਫ ਸੁਸਾਇਟੀਜ਼ ਐਜ਼ ਰਿਲੀਜੀਅਸ ਪਾਰਟੀ ਹੋਣੀ ਚਾਹੀਦੀ ਹੈ, ਔਰ ਜਿਹਦੀ ਨਹੀਂ ਹੋਏਗੀ ਉਹ ਨਹੀਂ ਲੜ ਸਕੇਗੀ। ਫਿਰ ਉਹਦੇ ਮੈਂਬਰ 2 ਜਿੱਤੇ ਹੋਏ ਮੈਂਬਰ ਹੋਣੇ ਚਾਹੀਦੇ, ਔਰ ਉਹਦੇ ਮੈਂਬਰ ਜਿਹੜੇ ਸੁਸਾਇਟੀ ਦੇ 5 ਮੈਂਬਰ ਐਸੇ ਹੋਣੇ ਚਾਹੀਦੇ ਜਿਨ੍ਹਾਂ ਨੇ ਇਲੈਕਸ਼ਨ ਲੜੀ ਹੋਈ ਹੋਵੇ, ਭਾਵੇਂ ਉਹ ਹਾਰੇ ਹੀ ਹੋਣ। ਸੋ ਇਹ ਕੁਝ ਕਲੌਜ਼ਸ ਉਹ ਲੈ ਕੇ ਆਏ ਸੀਗੇ। ਕਿਹੜੇ ਸੰਦ ਦੇ ਵਿੱਚ ਲਿਆ ਸੀ? ਇਹ ਲਿਆਏ ਸੀ ਜੀ 2010 ਦੇ ਵਿੱਚ। ਜਿਵੇਂ ਤੁਸੀਂ ਕਿਹਾ ਕਿ ਮੈਂ ਪਹਿਲੀ ਦਫਾ ਪਾਰਟੀ ਬਣਾਈ ਸੀ 2007 ਦੇ ਵਿੱਚ, ਔਰ ਮੈਂ ਪਹਿਲੀ ਦਫਾ ਹੀ 7 ਸੀਟਾਂ ਔਰ 6 ਸੀਟਾਂ ਮੈਂ ਜਿੱਤਿਆ ਸੀਗਾ ਆਪਣੇ ਦਮ ਦੇ ਉੱਤੇ। ਮੇਰੀ ਸ਼੍ਰੋਮਣੀ ਅਕਾਲੀ ਦਲ ਪੰਥਕ ਜਥੇਦਾਰ ਸੰਤੋਖ ਸਿੰਘ ਪਾਰਟੀ ਦਾ ਨਾਂ ਸੀਗਾ। 2017 ਦੇ ਵਿੱਚ ਇਹਨਾਂ ਨੇ ਰੂਲ 14 ਇਹ ਜਿਹੜੀ ਅਮੈਂਡਮੈਂਟ ਹੋਈ ਨਾ ਰੂਲ 14 ਚ ਹੋਈ, ਰੂਲ 14 ਦਾ ਹਵਾਲਾ ਦੇ ਕੇ ਮੇਰੀ ਪਾਰਟੀ ਨੂੰ ਡੀਰੈਕੋਗਨਾਈਜ਼ ਕਰਤਾ। ਮੇਰੇ ਸਿੰਬਲ ਮੋਮਬੱਤੀਆਂ ਸੀ ਉਸ ਨੂੰ ਇਹਨਾਂ ਨੇ ਸੀਜ਼ ਕਰ ਲਿਆ। ਠੀਕ ਹੈ, ਅੱਛਾ, ਯਾਨੀ ਕਿ 2000 ਪਹਿਲੇ 10 ਤੋਂ ਪਹਿਲੇ ਜਿਹੜਾ ਤੁਸੀਂ ਇਲੈਕਸ਼ਨ ਲੜੇ ਉਹ ਉਦੋਂ ਤੱਕ ਕੋਈ ਰੂਲ ਨਹੀਂ ਸੀਗਾ, ਪਰ ਉਸ ਤੋਂ ਬਾਅਦ ਰੂਲ ਆਉਣ ਤੋਂ ਬਾਅਦ ਜਿਹੜੀ ਪਿਛਲੀ ਸਾਰੀ ਰਵਾਇਤੀ ਪਾਰਟੀਆਂ ਤੇ ਕਾਰਵਾਈ ਹੋ ਗਈ। ਹੁਣ 2017 ਚ ਇੱਕ ਆਮ ਆਦਮੀ ਪਾਰਟੀ ਹੈ,
ਉਹਨੇ ਕੇਸ ਪਾਤਾ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਜਿਹੜੀਆਂ ਹੋਰ ਪਾਰਟੀਆਂ ਨੇ ਜਿਨ੍ਹਾਂ ਦਾ ਰਜਿਸਟ੍ਰੇਸ਼ਨ ਨਹੀਂ ਹੈ ਸੋਸਾਇਟੀਜ਼ ਐਕਟ ਦੇ ਅੰਡਰ ਐਜ਼ ਅ ਰਿਲੀਜੀਅਸ ਪਾਰਟੀ, ਉਹਨਾਂ ਨੂੰ ਕੈਂਸਲ ਕਰਨਾ ਚਾਹੀਦਾ। ਪਿਛਲੇ 2 ਮਹੀਨਿਆਂ 'ਚ 2 ਵਾਰੀ ਡੇਟ ਲੱਗੀ, ਐਡਵੋਕੇਟ ਫੁਲਕਾ ਪੇਸ਼ ਹੁੰਦੇ ਨੇ ਉਸ ਪਾਰਟੀ ਪਿੱਛੇ, ਔਰ ਜੱਜ ਨੇ ਬੜਾ ਸਖਤ ਵਿਊ ਲਿਆ, ਔਰ ਜੱਜ ਨੇ ਆਖਿਆ ਕਿ ਵੀ ਇਹ ਤੇ ਐਕਸ਼ਨ ਹੋਣਾ ਚਾਹੀਦਾ। ਜਦ ਇੱਕ ਐਕਟ ਬਦਲ ਗਿਆ, ਉਸ ਐਕਟ ਨੂੰ ਕੁਆਲੀਫਾਈ ਕਰਨਾ ਚਾਹੀਦਾ ਪਾਰਟੀਆਂ ਨੂੰ। 4 ਦਿਨ ਪਹਿਲੇ ਆਮ ਆਦਮੀ ਪਾਰਟੀ ਨੇ, ਕਿਉਂਕਿ ਜਿਹੜਾ ਸਾਡਾ ਗੁਰਦੁਆਰਾ ਇਲੈਕਸ਼ਨ ਡਾਇਰੈਕਟੋਰੇਟ ਹੈ ਉਹ ਆਮ ਆਦਮੀ ਪਾਰਟੀ ਥੱਲੇ ਆਂਦਾ, ਦਿੱਲੀ ਸਰਕਾਰ ਥੱਲੇ ਆਂਦਾ, ਉਹਨਾਂ ਨੇ ਐਫੀਡੇਵਿਟ ਦੇ ਦਿੱਤਾ ਜੀ ਅਕਾਲੀ ਦਲ ਜਿਹੜੀ ਹੈ ਰਵਾਇਤੀ ਪਾਰਟੀ ਹੈ, ਇਸ ਨੂੰ ਨਹੀਂ ਰਿਜੈਕਟ ਕਰਨਾ ਚਾਹੀਦਾ ਜਾਂ ਇਸ ਨੂੰ ਡੀ ਰਿਕੋਗਨਾਈਜ਼ ਨਹੀਂ ਕਰਨਾ ਚਾਹੀਦਾ, ਇਸ ਨੂੰ ਅਲਾਉ ਕਰਨਾ ਚਾਹੀਦਾ। ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਆਮ ਆਦਮੀ ਪਾਰਟੀ ਕੀ ਕਰ ਰਹੀ, ਕੇਜਰੀਵਾਲ ਕੀ ਕਰ ਰਿਹਾ। ਐਫੀਡੇਵਿਟ ਕਿਹਨੇ ਦਿੱਤਾ? ਇਹ ਐਫੀਡੇਵਿਟ ਨਹੀਂ ਦਿੱਤਾ, ਜਵਾਬ ਫਾਈਲ ਕੀਤਾ, ਕਿਉਂਕਿ ਪਾਰਟੀ ਹੈ ਨਾ ਜੀ ਇਲੈਕਸ਼ਨ ਕਮਿਸ਼ਨ ਜਵਾਬ ਦਿੰਦਾ ਜੀ ਕਿ ਅਕਾਲੀ ਦਲ ਜਿਹੜੀ ਹੈ ਇਹ ਰਵਾਇਤੀ ਪਾਰਟੀ ਹੈ, ਇਸ ਦੀ ਰੈਕੋਗਨੀਸ਼ਨ ਨਹੀਂ ਕੈਂਸਲ ਹੋਣੀ ਚਾਹੀਦੀ। ਹੁਣ ਇੱਥੇ ਸਵਾਲ ਇਹ ਆ ਜਾਂਦਾ ਕਿ ਕੇਜਰੀਵਾਲ ਜੀ ਕੀ ਕਰ ਰਹੇ ਨੇ, ਹੈ ਤੇ ਕੇਜਰੀਵਾਲ ਦੇ ਥੱਲੇ, ਤੁਸੀਂ ਅਕਾਲੀ ਦਲ ਨੂੰ ਕਿਉਂ ਬਚਾ ਰਹੇ ਹੋ? ਜਾਂ ਤੇ ਤੁਸੀਂ ਮਾਸਟਰ ਸਟ੍ਰੋਕ ਖੇਡਦੇ ਪਏ ਹੋ ਕਿ ਅਕਾਲੀ ਦਲ ਅਗਰ ਕੋਰਟ 'ਚ ਕਹਿ ਦਿੰਦਾ ਹੈ ਕਿ ਉਹ ਰਿਲੀਜੀਅਸ ਪਾਰਟੀ ਹੈ ਤੇ ਉਹਨਾਂ ਦੀ ਜਿਹੜੀ ਐਫੀਲੀਏਸ਼ਨ ਹੈ, ਜਿੱਥੇ ਉਹ ਐਮਐਲਏ ਦੀ ਇਲੈਕਸ਼ਨਾਂ ਵੀ ਲੜਦੇ ਨੇ, ਐਮਪੀ ਦੀ ਵੀ ਲੜਦੇ ਨੇ, ਕਿੱਥੇ ਗੁਰਦੁਆਰਿਆਂ ਦੀ ਇਲੈਕਸ਼ਨ ਲੜਦੇ ਨੇ, ਉਹਨਾਂ ਦੀ ਐਫੀਲੀਏਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ 'ਚੋਂ ਰੱਦ ਹੋ ਜਾਏਗੀ। ਸਾਡਾ ਕਨਸਟੀਟਿਊਸ਼ਨ ਕਹਿੰਦਾ ਕਿ ਜਿਹੜੀ ਪੋਲੀਟੀਕਲ ਪਾਰਟੀ ਉਹ ਧਾਰਮਿਕ ਇਲੈਕਸ਼ਨ ਨਹੀਂ ਲੜ ਸਕਦੀ। ਅਕਾਲੀ ਦਲ ਦੋਵੇਂ ਕੰਮ ਕਰ ਰਿਹਾ। ਹੁਣ ਤੁਸੀਂ ਇਹ ਐਫਰਟ ਦੇ ਕੇ ਡੇਵਿਡ ਦੇ ਕੇ ਕੇਜਰੀਵਾਲ ਸਾਹਿਬ ਬਚਾਇਆ, ਤੁਸੀਂ ਹਾਂ ਤੇ ਉਹਨਾਂ ਦੇ ਮੂੰਹ 'ਚ ਕੋੜ ਕਿੱਲੀ ਦੇ ਦਿੱਤੀ ਹੈ, ਛਿਪਕਲੀ ਦੇ ਦਿੱਤੀ ਹੈ, ਉਹ ਨੰਗਾਣ ਤਾਂ ਵੀ ਮਰਨ, ਛੱਡਣ ਤਾਂ ਵੀ ਮਰਨ। ਜੇ ਉਹ ਦੇ ਦਿੰਦੇ ਨੇ ਕਿ ਅਸੀਂ ਦਿੱਲੀ ਇਲੈਕਸ਼ਨ ਲੜਨੀ ਹੈ ਔਰ ਅਸੀਂ ਰਿਲੀਜੀਅਸ ਪਾਰਟੀਆਂ, ਤੇ ਉਹਨਾਂ ਨੂੰ ਡੀ ਰਿਕੋਗਨਾਈਜ਼ ਹੋਣਗੇ, ਪੰਜਾਬ ਦੇ ਵਿੱਚ ਇਲੈਕਸ਼ਨ ਹੀ ਨਹੀਂ ਲੜ ਪਾਣਗੇ। ਇਹ ਸਾਰੀ ਚੀਜ਼ਾਂ ਮੈਨੂੰ ਲੱਗਦਾ ਕਿ ਆਪਣੀ ਡਿਸਕਸ਼ਨ ਪਹਿਲੇ ਵੀ ਹੋਈ ਸੀ, ਪਹਿਲੇ ਇੱਕ ਇੰਟਰਵਿਊ ਦੇ ਵਿੱਚ ਵੀ, ਔਰ ਉਹਦੀ ਲਿੰਕ ਆਪਾਂ ਜ਼ਰੂਰ ਅਟੈਚ ਕਰ ਦੇਵਾਂਗੇ YouTube ਤੇ ਉਦੋਂ ਵੀ ਆਪਣੀ ਇਹ ਡਿਸਕਸ਼ਨ ਹੋਈ ਸੀਗੀ। ਉਸ ਦੇ ਵਿੱਚ ਤੁਸੀਂ ਇਹੀ ਕਿਹਾ ਸੀਗਾ ਕਿ ਇੱਕ ਐਫੀਡੇਵਿਟ ਦੇ ਕੇ ਹੀ, ਹੋਰ ਬਲਕਿ ਉਹ ਤੁਸੀਂ ਪ੍ਰਧਾਨ ਸੀਗੇ ਅਕਾਲੀ ਦਲ ਪਿਛਲੀ ਇਲੈਕਸ਼ਨ ਦੇ ਟਾਈਮ, ਹੁਣ ਤੁਸੀਂ ਹਰ ਇਲੈਕਸ਼ਨ ਦੇ ਵੇਲੇ ਬਚਾਉਂਦੇ ਵੀ ਰਹੇ ਹੋ, ਜਾਂ ਸੁਖਬੀਰ ਸਿੰਘ ਬਾਦਲ ਇਹਦੇ ਵਿੱਚ ਇੰਟਰਫੇਅਰ ਕਰਦੇ ਸੀ, ਜਾਂ ਤੁਸੀਂ ਇਸ ਮੀਟਿੰਗ 'ਚ ਹੁੰਦੇ ਸੀ, ਜਾਂ ਮਨਜਿੰਦਰ ਸਿੰਘ ਸਿਰਸਾ ਹੁੰਦੇ ਸੀਗੇ। ਦਿੱਲੀ ਦੇ ਤੁਸੀਂ ਪ੍ਰਧਾਨ ਸੀਗੇ, ਐਫੀਡੇਵਿਟ ਵੀ ਮੈਨੂੰ ਲੱਗਦਾ ਤੁਹਾਡੇ ਤੋਂ ਜਾਂਦਾ ਹੋਏਗਾ, ਤੇ ਉਦੋਂ ਬਚਾਉਂਦੇ ਸੀਗੇ। ਅੱਜ ਉਸੇ ਪੁਆਇੰਟ ਨੂੰ ਲੈ ਕੇ ਤੁਸੀਂ ਸੰਗਤਾਂ ਦੇ ਅੱਗੇ ਅਕਾਲੀ ਦਲ ਨੂੰ ਐਕਸਪੋਜ਼ ਕਰ ਰਹੇ ਹੋ। ਮੈਂ ਸਮਝ ਰਿਹਾ, ਮੈਂ ਨਹੀਂ ਬਚਾਉਂਦਾ ਸੀ। ਜਿਹੜੀ ਦਿੱਲੀ ਦੀ ਟਿਕਟਾਂ 2017 ਦਿੱਤੀਆਂ ਸੁਖਬੀਰ ਸਿੰਘ ਬਾਦਲ ਨੇ ਦਿੱਤੀ, ਜਿਹੜਾ ਐਫੀਡੇਵਿਟ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਦਿੱਤਾ। ਮੈਨੂੰ ਕੋਈ ਇਤਰਾਜ਼ ਨਹੀਂ ਸੀਗਾ। ਮੈਨੂੰ ਇਤਰਾਜ਼ ਤਾਂ ਅੱਜ ਹੋਇਆ ਨਾ, ਜਦੋਂ 4 ਦਿਨ ਪਹਿਲੇ ਆਮ ਆਦਮੀ ਪਾਰਟੀ ਨੇ ਕੋਰਟ ਦੇ ਵਿੱਚ ਜਵਾਬ ਫਾਈਲ ਕਰਤਾ ਕਿ ਅਕਾਲੀ ਦਲ ਨਹੀਂ ਜਾਣਾ ਚਾਹੀਦਾ। ਅੱਜ ਹੋਇਆ ਇਹ 3 ਦਿਨ 4 ਦਿਨ ਪਹਿਲੇ ਹੋਇਆ। 3-4 ਦਿਨ ਪਹਿਲੇ ਆਮ ਆਦਮੀ ਪਾਰਟੀ ਕਰ ਰਹੀ ਹੈ। ਆਮ ਆਦਮੀ ਪਾਰਟੀ ਕਰ ਰਹੀ ਹੈ। ਮੇਰਾ ਸਵਾਲ ਇਹ ਹੈ ਕਿ ਤੁਸੀਂ ਹੁਣ ਬਚਾ ਰਹੇ ਹੋ ਅਕਾਲੀ ਦਲ ਨੂੰ, ਮੇਰੀ ਪਾਰਟੀ ਕਿਉਂ ਤੁਸੀਂ ਡੀ ਰਿਕੋਗਨਾਈਜ਼ ਕੀਤੀ 2010 ਦੇ ਵਿੱਚ? 2017 ਚ 2010 ਚ ਤਾਂ ਇਹ ਆਇਆ ਸੀਗਾ ਰੂਲ 14 ਚ ਅਮੈਂਡਮੈਂਟ। 2017 ਚ ਤੁਸੀਂ ਮੇਰੀ ਪਾਰਟੀ ਡੀ ਰਿਕੋਗਨਾਈਜ਼ ਕਰਤੀ, ਕਿਉਂ ਕਰਤੀ? ਸ਼੍ਰੋਮਣੀ ਅਕਾਲੀ ਦਲ ਪੰਥਕ ਨੂੰ। ਅੱਛਾ, 2017 ਡੀ ਰਿਕੋਗਨਾਈਜ਼। ਔਰ ਮੇਰੀ ਵੀ ਜਿਹੜੀ ਪਾਰਟੀ ਡੀ ਰਿਕੋਗਨਾਈਜ਼ ਕੀਤੀ ਹੈ ਰੂਲ 14 ਚ ਕੀਤੀ ਹੈ। ਮਤਲਬ ਰੂਲ 14 ਚ ਮੈਨੂੰ ਤਾਂ ਮਾਰ ਦਿਓ, ਸਜ਼ਾਏ ਮੌਤ, ਤੁਹਾਨੂੰ ਛੱਡ ਦਿਓ, ਕਿੱਦਾਂ ਹੋ ਸਕਦਾ? ਲੱਗੂਗਾ ਤਾਂ ਸਭ ਤੇ ਲੱਗੇਗਾ, ਨਹੀਂ ਤਾਂ ਨਹੀਂ ਲੱਗੇਗਾ। ਮੈਂ ਇਹ ਸਮਝਦਾ ਵਾਂ। ਦੂਜੀ ਗੱਲ, ਉਹ ਕਹਿੰਦੇ ਨੇ ਜੀ ਕਿ ਇਹ ਟ੍ਰੈਡੀਸ਼ਨਲ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਉੱਤੇ ਨਹੀਂ ਲੱਗਣਾ ਚਾਹੀਦਾ। ਮੈਂ ਇੱਕ ਸਿੰਪਲ ਐਗਜ਼ਾਮਪਲ ਦਿੰਦਾ ਸੰਗਤ ਨੂੰ ਸਮਝਾਉਣ ਲਈ। ਪਹਿਲੇ ਅਸੀਂ ਰੈੱਡ ਲਾਈਟ ਕ੍ਰਾਸ ਕਰਦੇ ਸੀ ਤੇ ਕਿੰਨੇ ਦਾ ਜੁਰਮਾਨਾ ਹੁੰਦਾ ਸੀ? 100 ਰੁਪਏ ਦਾ। ਅੱਜ ਕਿੰਨੇ ਦਾ? 5000 ਰੁਪਏ ਦਾ ਹੈ। ਹੁਣ ਜਦੋਂ 100 ਰੁਪਏ ਦੀ ਜਗ੍ਹਾ 5000 ਜੁਰਮਾਨਾ ਹੋ ਗਿਆ, ਕਿਸੇ ਦੀ ਮਜਾਲ ਹੈ ਕਿ ਉਹ 5000 ਦੀ ਜਗ੍ਹਾ 100 ਰੁਪਏ ਦਾ ਜੁਰਮਾਨਾ ਕੱਟ ਦੇਵੇ? ਨਹੀਂ ਕੱਟ ਸਕਦਾ। ਇਹ ਹੋ ਸਕਦਾ ਕਿ ਕਿਤੇ ਸਰਕਾਰ ਇਹ ਕਵੇ ਜਾਂ ਪੁਲਿਸ ਇਹ ਕਵੇ ਜੀ ਕਿ ਜਿਨ੍ਹਾਂ ਦੀਆਂ ਇਹ ਕਾਨੂੰਨ ਆਉਣ ਤੋਂ ਪਹਿਲੇ ਦੀਆਂ ਗੱਡੀਆਂ ਹੈਗੀਆਂ ਪੁਰਾਣੀਆਂ, ਉਹਨਾਂ ਨੂੰ ਤਾਂ 100 ਰੁਪਏ ਲਵਾਂਗੇ, ਨਵੀਂ ਗੱਡੀ ਨੂੰ ਅਸੀਂ 5000 ਰੁਪਏ ਲਵਾਂਗੇ। ਸਿਚੁਏਸ਼ਨ ਇਹ ਹੈ, ਜਦ ਇੱਕ ਐਕਟ ਬਣਾਤਾ, ਤੁਸੀਂ ਆਲਰੇਡੀ ਇੱਕ ਪਾਰਟੀ ਨੂੰ ਡੀ ਰਿਕੋਗਨਾਈਜ਼ ਕਰ ਚੁੱਕੇ। ਮੈਨੂੰ ਨਹੀਂ ਕੀਤਾ, ਇੱਕ ਹੋਰ ਪਾਰਟੀ ਨੂੰ ਵੀ ਡੀ ਰਿਕੋਗਨਾਈਜ਼ ਕੀਤਾ। 2 ਪਾਰਟੀਆਂ 2017 ਡੀ ਰਿਕੋਗਨਾਈਜ਼। ਅਕਾਲੀ ਦਲ ਕਿਉਂ ਨਹੀਂ ਹੋ ਰਿਹਾ? ਤੁਸੀਂ, ਤੁਹਾਡੀ ਸਾਂਠ-ਗਾਂਠ ਹੈ ਕੇਜਰੀਵਾਲ ਸਾਹਿਬ ਬਾਦਲ ਨਾਲ, ਜਾਂ ਤੁਸੀਂ ਮਾਸਟਰ ਸਟ੍ਰੋਕ ਖੇਡਿਆ ਕਿ ਅਕਾਲੀ ਦਲ ਕੋਲ ਕੋਈ ਰਸਤਾ ਨਹੀਂ ਹੈਗਾ, ਜਾਂ ਤੇ ਇੱਥੇ ਇੱਕ ਮੈਚ ਖੇਡਣਗੇ ਜਾਂ ਪੰਜਾਬ ਦਾ ਖੇਡਣਗੇ, ਇੱਕ ਪਾਸਿਓਂ ਜਾਣਗੇ। ਸੋ ਇਹ ਹੈ ਅਸਲ ਦੀ ਵਿੱਚ। ਯਾਨੀ ਕਿ ਜੇ ਗੱਲ ਕਰੀਏ ਤਾਂ ਜੇ ਰੂਲ 14 ਦੀ ਜਿਹੜੀ ਤੁਸੀਂ ਗੱਲ ਕਰ ਰਹੇ 2017 ਦੇ ਵਿੱਚ, ਯਾਨੀ ਕਿ ਇਦਾਂ ਹੋ ਸਕਦਾ ਸੀ ਤੁਹਾਡੀ ਪਾਰਟੀ ਜੇ ਡੀ ਰਿਕੋਗਨਾਈਜ਼ ਨਹੀਂ ਹੁੰਦੀ ਤੇ ਤੁਹਾਨੂੰ ਮੈਨੂੰ ਨਵੀਂ ਪਾਰਟੀ ਬਣਾਉਣ ਦੀ ਲੋੜ ਹੀ ਨਹੀਂ ਸੀ। ਤੁਹਾਨੂੰ ਪਿਛਲੀ ਪਾਰਟੀ ਜਿਹੜੀ ਰਵਾਇਤੀ ਪਾਰਟੀ ਸੀ ਉਸ ਦੇ ਨਾਲ ਤੁਸੀਂ ਸ਼੍ਰੋਮਣੀ ਅਕਾਲੀ ਦਲ ਪੰਥਕ ਤੋਂ ਇਲੈਕਸ਼ਨ ਲੜ ਸਕਦੇ? ਮੈਂ ਬਿਲਕੁਲ ਲੜ ਸਕਦਾ ਸੀਗਾ, ਬਿਲਕੁਲ ਲੜ ਸਕਦਾ ਸੀ। ਲੇਕਿਨ ਕਿਉਂਕਿ ਮੇਰੀ ਡੀ ਰਿਕੋਗਨਾਈਜ਼ ਹੋਈ, ਮੈਨੂੰ ਨਵੀਂ ਪਾਰਟੀ ਬਣਾ ਕੇ ਰਜਿਸਟ੍ਰੇਸ਼ਨ ਕਰਾ ਕੇ ਸਿੰਬਲ ਅਲਾਟ ਕਰਾਇਆ। ਜਿਹੜੀ ਮੈਨੂੰ ਹੁਣ ਕਿਤਾਬ ਸਿੰਬਲ ਮੈਨੂੰ ਮਿਲਿਆ, ਮੈਨੂੰ ਕਿਤਾਬ ਸਿੰਬਲ ਮਿਲ ਗਿਆ, ਮੇਰੀ ਪੁਰਾਣੀ ਪਾਰਟੀ ਡੀ ਰਿਕੋਗਨਾਈਜ਼ ਹੋ ਗਈ। ਅਕਾਲੀ ਦਲ ਨੂੰ ਕਿਉਂ ਬਚਾ ਰਹੇ ਹੋ ਤੁਸੀਂ? ਤੁਸੀਂ ਪਹਿਲੇ ਜੇ ਇੰਨੀ ਤੁਸੀਂ ਮੰਨ ਲਿਆ 2017 ਦੇ ਚੀਜ਼ ਨੂੰ ਕਰ ਲਿਆ, ਔਰ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਦੀ ਵਰਕਿੰਗ ਵੀ ਕਰ ਲਈ ਆਪਣੇ ਆਪ, ਯਾਨੀ ਕਿ ਜੇ ਤੁਸੀਂ ਵਰਕਿੰਗ ਕੀਤੀ ਤੇ ਸਾਰੇ ਕਰਨ?
ਬਿਲਕੁਲ ਕਰਨਾ ਚਾਹੀਦਾ ਸੀਗਾ। ਐਕਟ ਸਾਰਿਆਂ ਲਈ ਸਾਂਝਾ ਹੈਗਾ। ਮੈਂ ਸਮਝਦਾ ਵਾਂ ਕਿ ਇਹ ਜਿਹੜਾ ਸਟੈਂਡ ਲਿਆ ਹੈ ਇਲੈਕਸ਼ਨ ਡਾਇਰੈਕਟਰ ਦਿੱਲੀ ਗੁਰਦੁਆਰਾ ਨੇ ਔਰ ਕੇਜਰੀਵਾਲ ਦੀ ਸਰਕਾਰ ਜਿਹਦੀ ਇੰਚਾਰਜ ਹੈ, ਮੈਂ ਸਮਝਦਾ ਇਹ ਬਿਲਕੁਲ ਗਲਤ ਹੈ, ਗੈਰ ਕਾਨੂੰਨੀ ਹੈ। ਔਰ ਮੈਨੂੰ ਉਮੀਦ ਹੈ 19 ਤਰੀਕ ਨੂੰ ਕੋਈ ਵੱਡਾ ਫੈਸਲਾ ਆਏਗਾ ਔਰ ਉਹ ਫੈਸਲੇ ਦੇ ਵਿੱਚ ਕੀ ਹੋਏਗਾ। 19 ਤਰੀਕ ਨੂੰ ਕੀ ਹੋ ਸਕਦਾ? 19 ਤਰੀਕ ਨੂੰ ਡੀ ਰਿਕੋਗਨਾਈਜ਼ ਹੋ ਸਕਦਾ ਅਕਾਲੀ ਦਲ। ਜੇ ਡੀ ਰਿਕੋਗਨਾਈਜ਼ ਹੋ ਗਿਆ ਤੇ ਪੰਜਾਬ ਔਰ ਦਿੱਲੀ ਦੇ ਸਮੀਕਰਨ ਬਦਲ ਜਾਣਗੇ। ਜੇ ਡੀ ਰਿਕੋਗਨਾਈਜ਼ ਹੋ ਗਿਆ ਫਿਰ ਇਹ ਕਿਸੇ 46 ਸੀਟਾਂ ਤੇ ਇਹਨਾਂ ਦਾ ਬਾਲਟੀ ਸਿੰਬਲ ਜਾਏਗਾ। ਪਰ ਹਰ ਵਾਰੀ ਬਚ ਕਿੱਦਾਂ ਜਾਂਦਾ ਅਕਾਲੀ ਦਲ? ਜੇ ਬਾਲਟੀ ਸਿੰਬਲ ਜਾਏਗਾ, ਜੇ ਬਾਲਟੀ ਸਿੰਬਲ ਜਾਏਗਾ ਇਹਨਾਂ ਦਾ ਤੇ ਫਿਰ ਕਿਤੇ ਤਿੱਤਰ ਤੇ ਲੜਨਗੇ, ਕਿਤੇ ਡਮਰੂ ਤੇ ਲੜਨਗੇ, ਕਿਤੇ ਇੰਡੀਪੈਂਡੈਂਟ ਲੜਨਗੇ। ਹਰ ਵਾਰੀ ਬਚ ਕਿੱਦਾਂ ਜਾਂਦੇ? ਉਹਦਾ ਵੀ ਤਾਂ ਕਾਰਨ ਦੱਸ ਦਿਓ ਨਾ। ਇਹ ਤਾਂ ਸਾਥ ਸੁਖਬੀਰ ਸਿੰਘ ਬਾਦਲ ਦੱਸ ਸਕਦੇ ਆ ਕਿਉਂਕਿ ਐਫੀਡੇਵਿਟ ਉਹਨਾਂ ਨੇ ਰਹੇ ਹੋ, ਪ੍ਰਧਾਨ ਰਹੇ ਹੋ ਤੁਸੀਂ ਕਾਫੀ। ਮੇਰੇ ਸਾਈਨ ਇਲੈਕਸ਼ਨ ਕਮਿਸ਼ਨ 'ਚ ਨਹੀਂ ਜਾਂਦੇ ਸੀਗੇ। ਉੱਥੋਂ ਦੀ ਜਿਹੜੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਉਹ ਆਇਆ ਕਰਦੇ ਹੁੰਦੇ ਸੀਗੇ। ਉਹ ਆ ਕੇ ਇਲੈਕਸ਼ਨ ਕਮਿਸ਼ਨ ਨਾਲ ਗੱਲ ਕਰਦੇ ਹੁੰਦੇ ਸੀ। ਉਹ ਸੁਖਬੀਰ ਸਿੰਘ ਬਾਦਲ ਜੀ ਦੇ ਕਾਗਜ਼ ਉੱਥੇ ਫਾਈਲ ਕਰਦੇ ਹੁੰਦੇ ਸੀਗੇ। ਤੇ ਹੁਣ ਜੇ ਆਪਾਂ ਗੱਲ ਕਰੀਏ ਤਾਂ ਬਾਕੀ ਕੀ ਇਹਦੇ ਨਾਲ ਕਿਹੜੀ ਪਾਰਟੀ ਜਿਹੜੀ ਹੈ ਸੰਕਟ ਵਿੱਚ ਆ ਸਕਦੀ? ਕੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਾਂ ਅਕਾਲੀ ਦਲ ਦੇ ਲਈ ਸਰਨਾ ਦਲ ਵੀ ਹੈ, ਪੰਥਕ ਸੇਵਾ ਦਲ ਵੀ ਹੈ? ਪਿਛਲੀ ਵਾਰੀ ਉਹ ਵੀ ਇਲੈਕਸ਼ਨ ਲੜੇ ਸੀਗੇ ਭਾਈ ਬਲਦੇਵ ਸਿੰਘ ਵਡਾਲਾ, ਉਹਨਾਂ ਨੇ ਵੀ ਕਹਿੰਦੇ ਕਿ ਪਿਛਲੀ ਵਾਰੀ ਇੰਡੀਪੈਂਡੈਂਟ ਲੜੇ, ਐਤਕੀ ਸ਼ਾਇਦ ਪਾਰਟੀ ਰਜਿਸਟਰ ਕਰਾ ਲਈ ਹੈ ਪੰਥਕ ਅਕਾਲੀ ਲਹਿਰ। ਕੀ ਇਸ ਰੂਲ 14 ਦਾ ਤਲਵਾਰ ਕਿਤੇ ਤੇ ਲਟਕਦੀ ਨਜ਼ਰ ਆ ਰਹੀ ਹੈ? ਦੇਖੋ, ਜੇ ਤੇ ਸਰਨਾ ਸਾਹਿਬ ਦੀ ਪਾਰਟੀ ਰਜਿਸਟਰਡ ਨਹੀਂ ਹੈ ਸੋਸਾਇਟੀ ਐਕਟ ਦੇ ਵਿੱਚ, ਉਹਨਾਂ ਦਾ ਵੀ ਤਲਵਾਰ ਗਿਰੇਗੀ, ਉਹਨਾਂ ਦੇ ਵੀ ਲਟਕ ਸਕਦੀ ਹੈ। ਅਕਾਲੀ ਦਲ ਤੇ ਸ਼ੋਰ ਲਟਕੇਗੀ ਕਿਉਂਕਿ ਸਰਨਾ ਸਾਹਿਬ ਦੀ ਪਾਰਟੀ ਨੇ ਕਦੀ ਪੋਲੀਟੀਕਲ ਇਲੈਕਸ਼ਨ ਨਹੀਂ ਲੜੀ। ਅਕਾਲੀ ਦਲ ਤੇ ਲੜਦੇ ਪੋਲੀਟੀਕਲ ਇਲੈਕਸ਼ਨਾਂ ਨੇ ਤੇ ਗੁਰੂ ਘਰ ਦੀਆਂ ਇਲੈਕਸ਼ਨਾਂ ਵੀ ਲੜਦਾ। ਇਹ ਦੋਵੇਂ ਚੀਜ਼ਾਂ ਨਹੀਂ ਹੋ ਸਕਦੀਆਂ, ਸਾਡਾ ਕਨਸਟੀਟਿਊਸ਼ਨ ਕਹਿੰਦਾ ਹੈ, ਕਨਸਟੀਟਿਊਸ਼ਨ ਆਫ ਇੰਡੀਆ ਕਹਿੰਦਾ ਹੈ। ਇਸੇ ਲਈ ਜੇ ਇੱਥੇ ਕਹਿੰਦੇ ਨੇ ਕਿ ਅਸੀਂ ਰਿਲੀਜੀਅਸ ਪਾਰਟੀਆਂ, ਫਿਰ ਪੰਜਾਬ 'ਚ ਡੀ ਰਿਕੋਗਨਾਈਜ਼ ਹੋਣਗੇ। ਕੋਈ ਵੀ ਪਾਰਟੀ, ਉਹ ਬੀਜੇਪੀ ਹੋਵੇ, ਉਹ DMK ਹੋਵੇ, ਉਹ ਕਮਿਊਨਿਸਟ ਹੋਣ, ਉਹ ਖੱਬੇ ਕਮਿਊਨਿਸਟ ਹੋਣ, ਉਹ ਆਮ ਆਦਮੀ ਪਾਰਟੀ ਹੋਵੇ, ਉਹ ਰਿਲੀਜੀਅਸ ਇਲੈਕਸ਼ਨ ਨਹੀਂ ਲੜ ਸਕਦੀ। ਤੁਸੀਂ ਦੇਖੋ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੀ ਸੀ ਦਿੱਲੀ ਗੁਰਦੁਆਰਾ ਕਮੇਟੀ ਦੀ। ਉਹਨਾਂ ਨੇ ਪੰਥਕ ਸੇਵਾ ਦਲ ਬਣਾਇਆ ਸੀ, ਉਹਨਾਂ ਨੇ ਆਮ ਆਦਮੀ ਦੇ ਨਾਂ ਤੇ ਨਹੀਂ ਲੜੀ ਸੀ ਨਾ, ਉਹਨਾਂ ਨੇ ਅਲੱਗ ਪਾਰਟੀ ਬਣਾ ਕੇ ਲੜੇ ਸੀ। ਦੋ ਮੈਂਬਰ ਇੱਧਰ ਉੱਧਰੋਂ ਲੈ ਕੇ ਉਹਨਾਂ ਨੇ ਹਾਂ ਉਹ ਸਾਰਾ ਕੁਝ ਕੀਤਾ ਸੀ। ਇਸ ਕਰਕੇ ਮੈਂ ਸਮਝਦਾ ਹਾਂ ਪਰ ਉਹਦੇ ਉੱਪਰ ਕਾਰਵਾਈ ਨਹੀਂ ਹੋ ਸਕਦੀ। ਦੇਖੋ ਜੇ ਗੱਲ ਕਰੀ ਤਾਂ ਉਹਦੇ ਵਿੱਚ ਸਾਨੂੰ ਦੋ ਜੋ ਮੈਂਬਰ, ਜੋ ਮੇਰੀ ਜਾਣਕਾਰੀ ਸੀਗੀ, ਗੁਰਲਾਟ ਸਿੰਘ ਜਿਹੜੇ ਕਾਲੋ ਸੀਗੇ ਮੌਜੂਦਾ ਮੈਂਬਰ ਸੀਗੇ ਉਸ ਸਮੇਂ ਦੇ, ਪਲੱਸ ਇੰਦਰਜੀਤ ਸਿੰਘ ਮੋਂਟੀ ਸੀਗੇ। ਪਰ ਅੱਜ ਇੰਦਰਜੀਤ ਸਿੰਘ ਮੋਂਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦੇ ਵਿੱਚ ਨੇ। ਤੇ ਕੀ ਕੋਈ ਇਹਦੇ ਵਿੱਚ ਕੋਈ ਰੀਚੈਕਿੰਗ ਦਾ ਜਾਂ ਰਿਕੋਗਨਾਈਜ਼ ਐਸਾ ਕੁਝ ਰੂਲ ਰੈਗੂਲੇਸ਼ਨ, ਮਤਲਬ ਕ੍ਰਾਸ ਚੈਕਿੰਗ ਵਗੈਰਾ ਕੁਝ ਨਹੀਂ ਹੁੰਦਾ ਕਿ ਮਤਲਬ ਕੋਈ ਵੀ ਕਦੋਂ ਆ ਕੇ ਕਿਤੇ ਵੀ ਜਾ? ਮੇਰੀ ਗੱਲ ਸੁਣੋ, ਤੁਸੀਂ ਦੋ ਸਵਾਲ ਇਕੱਠੇ ਕਰਤੇ, ਮੈਂ ਦੋਵਾਂ ਨੂੰ ਨਿਖੇੜ ਕੇ ਦੱਸਾਂਗਾ। ਜਿਸ ਵੇਲੇ ਉਸ ਪਾਰਟੀ ਨੇ ਅਪਲਾਈ ਕੀਤਾ ਸੀ ਰਜਿਸਟ੍ਰੇਸ਼ਨ ਔਰ ਸਿੰਬਲ, ਉਸ ਵੇਲੇ ਗੁਰਲਾਟ ਸਿੰਘ ਕਾਲੋਂ ਤੇ ਇੰਦਰ ਮੋਂਟੀ ਉਹਨਾਂ ਨਾਲ ਸੀਗੇ। ਅੱਜ ਉਹ ਭਾਵੇਂ ਛੱਡ ਗਏ ਹੋਣ, ਲੇਕਿਨ ਰਜਿਸਟ੍ਰੇਸ਼ਨ ਵੇਲੇ ਸੀ ਨਾ, ਇਸ ਕਰਕੇ ਉਹ ਰਿਕੋਗਨਾਈਜ਼ ਹੋ ਗਏ। ਤੁਸੀਂ ਜਿਹੜਾ ਸਵਾਲ ਕਰਦੇ ਹੋ ਉਹ ਡਿਫੈਕਸ਼ਨ ਕਰ ਰਹੇ ਹੋ। ਮੈਂ ਕਿੰਨੀ ਵਾਰੀ ਲਿਖ ਕੇ ਦੇ ਚੁੱਕਾ, ਐਂਟੀ ਡਿਫੈਕਸ਼ਨ ਲਾਅ ਸਾਡੇ ਤੇ ਲੱਗਣਾ ਚਾਹੀਦਾ। ਜਿਹੜੇ ਮੈਂਬਰ ਸਾਡੇ ਤੋਂ ਜਿੱਤ ਕੇ ਦੂਜੀ ਵੱਲ ਚਲ ਜਾਂਦੇ, ਦੂਜੇ ਜਿੱਤ ਕੇ ਸਾਡੇ ਵੱਲ ਚਲੇ ਜਾਂਦੇ ਨੇ, ਉਹਨਾਂ ਦੀ ਮੈਂਬਰਸ਼ਿਪ ਖਾਰਿਜ ਹੋਣੀ ਚਾਹੀਦੀ। ਉਹ ਅਮੈਂਡਮੈਂਟ ਤਾਂ ਕਰਦੇ ਨਹੀਂ, ਇਹ ਅਮੈਂਡਮੈਂਟ ਕਰ ਦਿੱਤੀ ਇਹਨਾਂ ਨੇ। ਮੈਂ ਉੱਥੇ ਲਿਖ ਕੇ ਦਿੱਤਾ ਹੋਇਆ ਕਿ ਗੁਰਦੁਆਰਾ ਜੁਡੀਸ਼ੀਅਲ ਬੋਰਡ ਬਣਨਾ ਚਾਹੀਦਾ, ਜਿਵੇਂ ਦਰਬਾਰ ਸਾਹਿਬ SGPC 'ਚ ਹੈਗਾ ਕਿ ਜੇ ਕੋਈ ਬੰਦਾ ਚੋਰੀ ਕਰਦਾ ਉਸ ਨੂੰ ਉਹਦੀ ਮੈਂਬਰੀ ਜਾ ਸਕਦੀ ਹੈ। ਇਹ ਸਰਸੇ ਨੇ ਪਿੱਛੇ ਕੀਤਾ ਸੀ ਨਾ, ਜਨਰਲ ਹਾਊਸ ਬਣਾ ਕੇ ਮਨਜੀਤ ਨੂੰ ਕੱਢਤਾ, ਮੈਨੂੰ ਤਾਂ ਕੱਢਿਆ ਨਹੀਂ। ਮੈਨੂੰ ਤਾਂ ਇਲੈਕਸ਼ਨ ਕਮਿਸ਼ਨ ਨੇ ਲਿਖ ਕੇ ਭੇਜ ਦਿੱਤਾ ਕਿ ਤੂੰ ਮੈਂਬਰ ਹੈਗਾ ਵਾਰਡ ਨੰਬਰ 38 ਗ੍ਰੇਡ ਕਲਾਸ 'ਚੋਂ। ਮੈਂ ਇਹ ਸਮਝਦਾ ਵਾਂ ਇਹ ਐਂਟੀ ਡਿਫੈਕਸ਼ਨ ਲਾਅ ਹੋਣਾ ਚਾਹੀਦਾ, ਇਹ ਗੁਰਦੁਆਰਾ ਜੁਡੀਸ਼ੀਅਲ ਬੋਰਡ ਬਣਨਾ ਚਾਹੀਦਾ। ਉਹਦੀ ਅਮੈਂਡਮੈਂਟ ਸਰਕਾਰ ਨੇ ਕੀਤੀ ਨਹੀਂ, ਲੇਕਿਨ ਇਹ ਕਰ ਦਿੱਤੀ ਕਿ ਜਿਹਦੇ ਵਿੱਚ ਕਿਸੇ ਨੂੰ ਫੇਵਰ ਕਰਨੀ ਹੈ, ਕਿਸੇ ਨੂੰ ਬਾਹਰ ਕੱਢਣਾ ਹੈ। ਐਂਟੀ ਡਿਫੈਕਸ਼ਨ ਲਾਅ ਦੀ ਜਿਹੜੀ ਹੈ ਨਾ, ਆਪਾਂ ਸੰਗਤਾਂ ਨੂੰ ਇੱਕ ਵਾਰੀ ਦੱਸ ਵੀ ਦਿੰਦੇ ਆ ਜਿਨ੍ਹਾਂ ਨੂੰ ਸ਼ਾਇਦ ਜਾਣਕਾਰੀ ਨਾ ਹੋਵੇ। ਉਹਦੇ ਵਿੱਚ ਇਹੀ ਹੁੰਦਾ ਕਿ ਜੇ ਤੁਸੀਂ ਪਾਰਟੀ ਚੇਂਜ ਕਰਦੇ ਹੋ ਜਿੱਤਣ ਤੋਂ ਬਾਅਦ, ਤਾਂ ਤੁਹਾਡੀ ਜਿਹੜੀ ਮੈਂਬਰੀ ਉਹ ਰੱਦ ਹੋ ਸਕਦੀ ਹੈ, ਉੱਥੇ ਰੀ ਇਲੈਕਸ਼ਨ ਹੋ ਸਕਦੇ ਆ, ਬਾਈ ਇਲੈਕਸ਼ਨ ਹੋ ਸਕਦੇ ਆ। ਪਰ ਤੁਹਾਨੂੰ ਲੱਗਦਾ ਕਿ ਇਹ ਬੜੀ ਜ਼ਰੂਰਤ ਹੈ ਕਿਉਂਕਿ ਬਹੁਤਾਤ ਤੌਰ ਤੇ ਦੇਖਿਆ ਜਾਂਦਾ ਹੈ। ਮੇਰਾ ਬਿਆਨ ਨਹੀਂ, ਜਥੇਦਾਰ ਰਣਜੀਤ ਸਿੰਘ ਹਰਾਂ ਦਾ ਬਿਆਨ ਸੀਗਾ ਪਿਛਲੇ ਇਲੈਕਸ਼ਨ ਦੇ ਵਿੱਚ। ਉਹਨਾਂ ਨੇ ਸਾਡੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਪਹਿਲੇ ਸਮੇਂ ਦੇ ਵਿੱਚ ਤਾਂ ਮੈਂਬਰ ਸਿਰਫ ਫ੍ਰਿਜ TV ਦੇ ਲਾਲਚ ਦੇ ਵਿੱਚ ਪਾਰਟੀਆਂ ਬਦਲ ਲੈਂਦੇ ਹੁੰਦੇ ਸੀਗੇ, ਅੱਜ ਸਮੀਕਰਨ ਕਈ ਲੱਖਾਂ ਦੇ ਨੇ। ਯਾਨੀ ਕਿ ਇਹ ਗੱਲ ਹੁੰਦੀ ਸੀਗੀ, ਉਹਨਾਂ ਨੇ ਵੀ ਮੰਨਿਆ ਹੈ ਕਿ ਬਈ ਮੈਂਬਰ ਨੇ ਇਲੈਕਸ਼ਨ ਜਿੱਤਿਆ ਤਾਂ ਜਿਸ ਤਰ੍ਹਾਂ ਬਾਕੀ ਪਾਰਟੀ ਦੇ ਵਿੱਚ ਹੁੰਦਾ ਕਿ ਕਹਿੰਦੇ ਹੁੰਦੇ ਸੀਗੇ ਕਿ ਉਹ ਜਿਹੜਾ ਇੱਕ ਦਿੱਲੀ ਦੇ ਮਹਿਰੋਲੀ ਦੇ ਵਿੱਚ ਇੱਕ ਫਾਰਮ ਹਾਊਸ ਦੇ ਵਿੱਚ ਇੱਕ ਜਗ੍ਹਾ ਤੇ ਸਾਰੇ ਮੈਂਬਰਾਂ ਨੂੰ ਰੱਖਿਆ ਜਾਂਦਾ ਸੀ, ਰੇਟ ਤੈਅ ਹੁੰਦੇ ਸੀਗੇ, ਪਾਰਟੀ ਦੇ ਵਿੱਚ ਤੁਸੀਂ ਬਣੇ ਰਹਿਣਾ ਕੁਝ, ਮਤਲਬ ਇਹ ਸਭ ਚੀਜ਼ਾਂ ਖਰੀਦੋ ਫਰੋਖਤ ਦਾ ਜਿਹੜਾ ਕੰਮ ਜਿਹੜਾ ਮੇਨ ਜਨਰਲ ਇਲੈਕਸ਼ਨ ਦੇ ਵਿੱਚ ਹੁੰਦਾ, ਉਹ ਦਿੱਲੀ ਕਮੇਟੀ ਦੇ ਵਿੱਚ ਇਸ ਚੀਜ਼ ਦੀ ਲੋੜ ਨਹੀਂ ਹੋਣੀ ਚਾਹੀਦੀ ਸੀਗੀ। ਤੁਹਾਨੂੰ ਲੱਗਦਾ ਕਿ ਇਹ ਇੱਕ ਬੜੀ ਜ਼ਰੂਰੀ ਚੀਜ਼ ਹੈ ਜਿਹਦੇ ਕਰਕੇ
ਭਾਵੇਂ ਮੰਨ ਲਓ ਕਿ ਤੁਸੀਂ ਕੋਈ ਮੈਂਬਰ ਜਾਂ ਕਿਸੇ ਪਾਰਟੀ ਨੇ ਬੜਾ ਇੱਕ ਮੈਂਬਰ ਨੂੰ ਜਿਤਾਇਆ, ਇੰਨਾ ਜ਼ੋਰ ਲਾ ਦਿੱਤਾ, ਕੱਲ ਨੂੰ ਜਿੱਤਣ ਤੋਂ ਬਾਅਦ ਉਹ ਕਿਤੇ ਹੋਰ ਜਾ ਕੇ ਖੜਾ ਹੋ ਜਾਵੇ, ਦੁੱਖ ਤਾਂ ਹਰ ਕਿਸੇ ਨੂੰ ਲੱਗਦਾ ਹੀ ਹੋਏਗਾ। ਇਹ ਹੁਣ ਜਿਹੜਾ ਤੁਹਾਡਾ ਸਵਾਲ ਹੈ ਨਾ, ਜਿੰਨੇ ਸਵਾਲ ਕਿ ਉਹ ਫ੍ਰਿਜ ਟੀਵੀ ਤੇ ਵਿਕ ਗਿਆ, ਉਹ ਪੈਸਿਆਂ ਤੇ ਵਿਕ ਗਿਆ, ਉਹ ਚੇਅਰਮੈਨੀ ਤੇ ਵਿਕ ਗਿਆ, ਉਹ ਆਪਣੇ ਬੱਚੇ ਦੀ ਨੌਕਰੀ ਤੇ ਕਿ ਜਿਹੜੀ ਪਾਵਰ 'ਚ ਹੁੰਦੀ ਕਿ ਤੇਰੇ ਪੁੱਤਰ ਨੂੰ ਤੇਰੀ ਧੀ ਨੂੰ ਨੌਕਰੀ ਦੇ ਦਿੰਦੇ ਆ, ਉਹ ਉਸ ਤੇ ਵਿਕ ਗਿਆ। ਇਹ ਸਾਰੀਆਂ ਚੀਜ਼ਾਂ ਦਾ ਚੈੱਕ ਹੈਗਾ ਐਂਟੀ ਡਿਫੈਕਸ਼ਨ ਲਾਅ ਕਿ ਇਹਦੇ ਨਾਲ ਹੱਲ ਹੋ ਸਕਦਾ ਸਾਰਾ ਕੁਝ ਸਾਰੀ ਚੀਜ਼ਾਂ ਦਾ। ਸਾਰੀ ਚੀਜ਼ਾਂ ਦਾ ਹੱਲ ਹੋ ਜਾਏਗਾ। ਇਹ ਕਿਉਂ ਨਹੀਂ ਕਰਦੇ? ਮੈਂ ਅੱਜ ਦਾ ਨਹੀਂ ਦਿੱਤਾ, ਮੈਂ 8 ਸਾਲ ਤੋਂ ਦਿੱਤਾ ਹੋਇਆ ਲਿਖ ਕੇ ਅਮੈਂਡਮੈਂਟ ਹੋਣੀ ਚਾਹੀਦੀ, ਉਹ ਅਮੈਂਡਮੈਂਟ ਕਿਉਂ ਨਹੀਂ ਕਰਦੇ ਤੁਸੀਂ? ਠੀਕ ਹੈ। ਸੋ ਇਹ ਗੱਲ ਹੈ, ਗਵਰਨਮੈਂਟ ਨੂੰ ਉਹ ਅਮੈਂਡਮੈਂਟਸ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਕਰਪਸ਼ਨ, ਜਿਹਦੇ ਨਾਲ ਹਾਰਸ ਟ੍ਰੇਡਿੰਗ, ਇਹ ਸਾਰੀ ਚੀਜ਼ਾਂ ਬੰਦ ਹੋ ਸਕਣ। ਗਵਰਨਮੈਂਟ ਹੋਰ ਅਮੈਂਡਮੈਂਟ ਕਰ ਦਿੰਦੀ ਹੈ ਜਿਹੜੀ ਉਹਨਾਂ ਨੂੰ ਪੋਲੀਟੀਕਲੀ ਸੂਟ ਕਰਦੀ ਹੈ। ਇੱਕ ਪੁਆਇੰਟ ਹੋਰ ਹੈਗਾ ਤੁਹਾਡੇ ਨਾਲ, ਪਿਛਲੀ ਇਲੈਕਸ਼ਨ ਦੇ ਵਿੱਚ ਤੁਸੀਂ ਮੈਨੀਫੈਸਟੋ ਦੇ ਵਿੱਚ ਵੀ, ਸ਼ਾਇਦ ਕਈ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਦੋਂ ਅਕਾਲੀ ਦਲ ਨਾਲ ਜੁੜੇ ਸੀ, ਕਿ ਤੁਸੀਂ ਇਹ ਗੱਲ ਕਹੀ ਸੀਗੀ ਕਿ ਵੀ ਜਿਹੜਾ ਗੁਰਸਾਹਿਬ ਵੱਲੋਂ ਪੁਰਾਤਨ ਰਵਾਇਤੀ ਸਿਧਾਂਤ ਹੈਗਾ ਇਲੈਕਸ਼ਨ ਨਹੀਂ ਸਿਲੈਕਸ਼ਨ, ਉਹਨੂੰ ਮੋੜ ਬਹਾਲ ਕਰਨ ਦੇ ਵਿੱਚ ਉਸ ਸਮੇਂ ਜੇ ਅਕਾਲੀ ਦਲ ਪਾਰਟੀ, ਜਦੋਂ ਤੁਸੀਂ ਮਨਜੀਤ ਸਿੰਘ ਜੀਕੇ ਪਾਵਰ ਦੇ ਵਿੱਚ ਆਣਗੇ ਤੇ ਕੰਮ ਕਰਨਗੇ, ਕਿ ਉਸ ਦੇ ਉੱਪਰ ਮਨਜੀਤ ਸਿੰਘ ਜੀਕੇ ਨੇ ਅੱਜ ਤੱਕ ਕੋਈ ਕੰਮ ਕੀਤਾ? ਭਾਵੇਂ ਤੁਸੀਂ 2 ਸਾਲ ਪਾਵਰ 'ਚ ਰਹੇ ਸੀਗੇ, 2 ਸਾਲ ਤੁਸੀਂ ਪ੍ਰਧਾਨ ਰਹੇ ਸੀ, ਕਿ 2 ਸਾਲ ਬਹੁਤ ਘੱਟ ਟਾਈਮ ਨਹੀਂ ਹੁੰਦਾ, 50% ਸੀਗਾ, 50% ਦੇ ਵਿੱਚ ਕੋਈ ਇੱਕ ਵੀ ਕਾਗਜ਼ ਤੁਸੀਂ ਇਸ ਦਫ਼ਤਰ ਤੋਂ ਉਸ ਦਫ਼ਤਰ ਤੇ ਜਾਂ ਕੋਈ ਵੀ ਕਾਗਜ਼ ਪੱਤਰ ਕੀਤਾ? ਕਿਉਂਕਿ ਵਾਕਈ ਇਹ ਅੱਜ ਦੇ ਇਲੈਕਸ਼ਨ ਦੇ ਵਿੱਚ, ਹਰ ਇਲੈਕਸ਼ਨ ਦੇ ਵਿੱਚ ਲੋਕੀ ਆਪਸ ਦੇ ਵਿੱਚ ਇੱਕ ਦੂਰੀਆਂ ਮਹਿਸੂਸ ਕਰਦੇ ਆ ਕਿ ਆਪਣੇ ਹੀ ਸਿੱਖ ਜਿਹੜੇ ਆ ਨਾ ਇੱਕ ਦੂਜੇ ਦੇ ਜਿਹੜੇ ਵੈਰੀ ਹੋ ਜਾਂਦੇ ਨੇ, ਇੱਕ ਦੂਜੇ ਦੇ ਨਾਲ ਡਿਫਰੈਂਸਿਸ ਰੱਖਣੇ ਸ਼ੁਰੂ ਕਰ ਦਿੰਦੇ ਨੇ। ਭਾਵੇਂ 4-6 ਮਹੀਨੇ ਬਾਅਦ ਉਹਨਾਂ ਨੂੰ ਲੱਗਦਾ ਕਿ ਨਹੀਂ ਯਾਰ ਉਹ ਆਪਾਂ ਗਲਤ ਕਰ ਰਹੇ ਸੀਗੇ, ਪਰ ਇਹ ਸਮਾਂ ਦਿੱਲੀ ਦੇ ਸਿੱਖਾਂ ਵਾਸਤੇ ਮੈਨੂੰ ਲੱਗਦਾ ਕਿ ਉਹ ਬਹੁਤ ਮਾੜਾ ਸਮਾਂ ਹੁੰਦਾ ਹੈ। ਇਲੈਕਸ਼ਨ ਭਾਵੇਂ ਹੁੰਦੀ ਜ਼ਰੂਰ ਹੈ। ਮੈਂ ਸਮਝਦਾ ਕਿ ਇਲੈਕਸ਼ਨ ਸਿਸਟਮ ਅਸੀਂ ਆਪ ਮੰਗਿਆ। 1920 ਜਦੋਂ ਮੋਰਚੇ ਲੱਗੇ ਤੇ ਐਕਟ ਬਣਿਆ SGPC। 1971 ਚ ਦਿੱਲੀ ਦਾ 70 ਚ ਮੋਰਚਾ ਲੱਗਦਾ ਤੇ ਐਕਟ ਬਣਦਾ ਦਿੱਲੀ ਗੁਰਦੁਆਰਾ ਐਕਟ। ਅਸੀਂ ਆਪ ਮੰਗਿਆ ਅਸੀਂ ਆਪ ਮੰਗਿਆ, ਮੋਰਚੇ ਲਾਏ ਅਕਾਲੀ ਦਲ ਨੇ। ਦਿੱਲੀ 'ਚ 17,000 ਬੰਦਾ ਗ੍ਰਿਫਤਾਰ ਹੋਇਆ ਸੀਗਾ। ਸਰਕਾਰ ਨੇ ਕਬਜ਼ਾ ਕਰਕੇ ਸਰਕਾਰੀ ਬੋਰਡ ਬਣਾਤਾ ਸੀ, 5 ਸਾਲ ਬੋਰਡ ਰਿਹਾ ਸੀਗਾ। ਇਹ ਇਤਿਹਾਸ ਤੁਹਾਨੂੰ ਨਹੀਂ ਪਤਾ, ਮੈਂ ਤੁਹਾਨੂੰ ਦੱਸ ਰਿਹਾ ਵਾਂ। ਥੋੜਾ ਜਿਹਾ ਐਲੈਬੋਰੇਟ ਕਰਕੇ ਦੇਖੋ, ਇਹ ਪਹਿਲੇ ਨੋਮੀਨੇਟਡ ਕਮੇਟੀ ਹੁੰਦੀ ਸੀ, ਜੋ ਤੁਸੀਂ ਕਹਿੰਦੇ ਸੀ SGPC ਨੋਮੀਨੇਟ ਕਰਦੀ ਸੀ, 9 ਮੈਂਬਰ ਜਾਂ 11 ਮੈਂਬਰ ਹੁੰਦੇ ਸੀਗੇ। ਲੇਕਿਨ ਅਖੀਰ ਇਹਨਾਂ ਨੇ ਸਰਕਾਰ ਨੂੰ ਸੂਟ ਨਹੀਂ ਕੀਤਾ। ਇੰਦਰਾ ਗਾਂਧੀ ਨੇ ਉਸ ਵੇਲੇ ਜਹੇਦਰ ਸੰਤੋਖ ਸਿੰਘ ਨੂੰ ਖਤਮ ਕਰਨਾ ਸੀਗਾ, ਉਹਨੇ ਆਪ ਹੀ ਕਬਜ਼ੇ ਕਰਾ ਕੇ ਗੁਰਦੁਆਰੇ 'ਚ ਗੋਲੀਆਂ ਚਲਾ ਕੇ ਸੀਲ ਕਰਤੇ, ਫਿਰ ਉਹਨੇ ਸਰਕਾਰੀ ਬੋਰਡ ਬਣਾ ਦਿੱਤਾ। ਸੰਤ ਫਤਿਹ ਸਿੰਘ ਹੋਰਾਂ ਨੇ, ਅਕਾਲੀ ਦਲ ਨੇ ਮੋਰਚਾ ਲਾਇਆ, ਮੋਰਚਾ 6 ਮਹੀਨੇ ਚੱਲਿਆ। 71 ਦੀ ਜੰਗ ਛਿੜ ਗਈ, ਇੰਦਰਾ ਗਾਂਧੀ ਡਰ ਗਈ, ਉਹਨੇ ਕਿਹਾ ਜੀ ਤੁਸੀਂ ਜੇਲ੍ਹਾਂ ਖਾਲੀ ਕਰ ਦਿਓ, ਸਾਡੇ ਕੋਲ ਤੇ ਜੇਲ੍ਹਾਂ 'ਚੋਂ ਬੰਦੇ ਆ ਰਹੇ ਨੇ, ਕਿਉਂਕਿ 90,000 ਬੰਦੇ ਨੇ ਸਰੈਂਡਰ ਕਰਤਾ ਸੀ ਬੰਗਲਾਦੇਸ਼ ਦੀ ਜੰਗ ਦੇ ਵਿੱਚ। ਤੇ ਉਹਨਾਂ ਨੇ ਆਖਿਆ ਕਿ ਅਸੀਂ ਤੁਹਾਨੂੰ ਐਕਟ ਬਣਾ ਦਿੰਦੇ ਹਾਂ। ਫਿਰ ਉਹਨਾਂ ਨੇ ਐਕਟ ਬਣਾ ਕੇ ਦਿੱਤਾ। ਐਕਟ ਅਸੀਂ ਆਪ ਲੜ ਕੇ ਲਿਆ। ਲੇਕਿਨ ਤੁਸੀਂ ਜਿਹੜੀ ਗੱਲ ਕਹਿੰਦੇ ਹੋ ਮਨਜੀਤ ਸਿੰਘ ਦੀ ਚਿੱਠੀ, ਇੱਕ ਦਫ਼ਤਰ ਤੋਂ ਦੂਜੇ ਦਫ਼ਤਰ, ਦੂਜੇ ਤੋਂ ਤੀਜੇ ਦਫ਼ਤਰ ਨਾਲ ਇਹ ਕੰਮ ਨਹੀਂ ਹੋਣ ਲੱਗਾ। ਇਹ ਐਕਟ ਹੈਗਾ, ਐਕਟ ਨੂੰ ਨਹੀਂ ਬਦਲਿਆ ਜਾ ਸਕਦਾ। ਹਾਂ, ਮੈਂ ਕਹਿ ਸਕਦਾ, ਅੱਜ ਮੈਂ ਤੁਹਾਡੇ ਚੈਨਲ ਤੇ ਕਹਿੰਦਾ, ਬਾਕੀ ਪਾਰਟੀਆਂ ਵੀ ਇਸ ਗੱਲ ਨੂੰ ਮੰਨ ਜਾਣ ਕਿ ਅਸੀਂ ਇਲੈਕਸ਼ਨ ਸਿਸਟਮ ਨਹੀਂ ਚਾਹੁੰਦੇ, ਸਰਕਾਰ ਨੂੰ ਲਿਖ ਕੇ ਦੇਣ, ਮੈਂ ਪਹਿਲ ਕਰਨ ਨੂੰ ਤਿਆਰ ਹਾਂ। ਨਾਲ ਲਿਖ ਦਿੰਦੇ ਹਾਂ, ਇਹਦੇ ਸਿਲੈਕਸ਼ਨ ਸੰਗਤ ਆਪੇ ਕਰ ਲਵੇ, ਵਾਰੀ ਵਾਰੀ ਜਿਹਨੂੰ ਧਾਰਮਿਕ ਸਮਝਦੀ ਹੈ, ਜਿਹਨੂੰ ਠੀਕ ਸਮਝਦੀ ਹੈ, ਜਿਹਨੂੰ ਯੋਗ ਸਮਝਦੀ ਹੈ, ਉਸ ਨੂੰ ਇਹ ਕਰ ਲੈਣ। ਠੀਕ ਹੈ ਜੀ, ਬਿਲਕੁਲ। ਲਗਾਤਾਰ ਇਲੈਕਸ਼ਨ ਸਿਸਟਮ ਦੀ ਕਈ ਖਾਮੀਆਂ ਜਿਹੜੀਆਂ ਆਪਸੀ ਜੋ ਮਤਭੇਦ ਉਹਦੇ ਨਾਲ ਕਾਫੀ ਵੱਧ ਜਾਂਦੇ ਨੇ। ਸਿੱਖ ਦਾ ਹੀ ਦੁਸ਼ਮਣ ਬਣ ਜਾਂਦਾ ਹੈਗਾ, ਜਿਹਦਾ ਸਾਰੀ ਸੰਗਤ ਖਾਮਿਆਜਾ ਵੀ ਭੁਗਤਦੀ ਹੈ। ਕਈ ਝਗੜੇ, ਕਈ ਤਕਰਾਰਾਂ, ਕਈ ਦੁਸ਼ਮਣੀਆਂ ਦੇ ਨਾਲ ਪੈਦਾ ਹੋ ਰਹੀਆਂ। ਇਸ ਦੇ ਵਿੱਚ ਜ਼ਰੂਰ ਇੱਕ ਰਿਫਾਰਮੇਸ਼ਨ ਦੀ ਲੋੜ ਹੈਗੀ ਹੈ। ਸੋ ਇਸ ਦੇ ਉੱਪਰ ਸਿੱਖ ਵਿਚਾਰਵਾਨ, ਸਿੱਖ ਚਿੰਤਕ ਜੋ ਹੈ ਜ਼ਰੂਰ ਇੱਕ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਵੀ ਕਰਨ। ਇਹ ਸਾਡੀ ਵੀ ਇੱਕ ਨਿੱਜੀ ਬੇਨਤੀ ਰਹੇਗੀ। ਔਰ ਜ਼ਰੂਰ ਇੱਕ ਗੱਲ ਫਿਰ ਹਰ ਇਲੈਕਸ਼ਨ ਪ੍ਰੋਗਰਾਮ ਦੇ ਵਿੱਚ ਅਸੀਂ ਅਪੀਲ ਕਰਦੇ ਹਾਂ ਕਿ ਸ਼ਰਾਬਾਂ ਵੰਡਣ ਵਾਲੀ ਔਰ ਪੈਸੇ ਵੰਡਣ ਵਾਲੀ ਪਾਰਟੀ ਨੇ ਤੁਸੀਂ ਵੋਟ ਨਹੀਂ ਦੇਣਾ। ਸੋ ਇਹ ਸਾਰੀ ਗੱਲਾਂ ਅਸੀਂ ਤੁਹਾਡੇ ਤੱਕ ਅਪੀਲ ਵੀ ਕਰਦੇ ਰਵਾਂਗੇ ਹਰ ਇਲੈਕਸ਼ਨ ਦੇ ਪ੍ਰੋਗਰਾਮ ਦੇ ਵਿੱਚ। ਦੇਖਦੇ ਰਹਿਣਾ ਅਕਾਲ ਚੈਨਲ।